Good morning, student. How are you, बच्चे? I hope you all are fine. Today we will start ਪੰਜਾਬੀ ਦੇ ਮਹਾਨ ਕਵੀ ਪ੍ਰੋਫੈਸਰ ਮੋਹਨ ਸਿੰਘ ਦੀਆਂ ਕਵਿਤਾਵਾਂ ਬਾਰੇ। ਵੈਸੇ ਤਾਂ ਉਹਨਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ, ਜਿਵੇਂ ਕਸੁੰਬੜਾ, ਕੱਚ ਸੱਚ, ਵੱਡਾ ਵੇਲਾ, ਬੂਹੇ, ਜੈ ਮੇਰ। ਔਰ ਇਸ ਆਪਾਂ ਜਿਹੜੀਆਂ ਇਸ ਤੋਂ ਬਿਨਾਂ ਮੋਹਨ ਸਿੰਘ ਜੀ ਨੇ ਐਡੀਟਰ ਜਿਹੜੇ ਹੈਗੇ ਆ ਅਰਨਾਲਡ ਦੇ ਮਹਾਕਾਵ ਲਾਈਟ ਆਫ ਏਸ਼ੀਆ ਦੇ ਵਿੱਚ ਵੀ ਜਿਹੜਾ ਹੈਗਾ ਨੇ ਉਹਨਾਂ ਨੇ ਏਸ਼ੀਆ ਦਾ ਚਾਨਣ ਦੇ ਨਾਂ ਹੇਠ ਇੱਕ ਅਨੁਵਾਦ ਕੀਤਾ ਸੀ। ਪਰ ਆਪਾਂ ਜਿਹੜਾ ਅੱਜ ਵਰਣਨ ਕਰ ਰਹੇ ਹਾਂ ਇਹਨਾਂ ਦੀ ਲਿਖੀ ਹੋਈ ਕਵਿਤਾ ਤਾਜ ਮਹਿਲ ਦੇ ਬਾਰੇ ਵਿੱਚ। ਤਾਜ ਮਹਿਲ ਕਵਿਤਾ ਦੇ ਵਿੱਚ ਬੱਚੇ ਕਵੀ ਕੀ ਲਿਖਦਾ ਹੈ? ਦੁੱਧ ਚਿੱਟੀਆਂ ਰੰਗਦਾਰ ਮਰਮਰਾਂ ਦੇ ਗਲ ਘੱਤ ਕੇ ਬਾਹੀ, ਸੋਹਲ ਪਤਲੀਆਂ ਚੰਨ ਦੀਆਂ ਰਿਸਮਾਂ ਸੁੱਤੀਆਂ ਬੇਪਰਵਾਹੀ। ਕਵੀ ਕਹਿ ਰਿਹਾ ਵੀ ਚੰਦਰਮਾ ਦੀ ਚਾਨਣੀ ਰਾਤ ਵਿੱਚ ਜਿਹੜੀਆਂ ਰੰਗਦਾਰ ਦੁੱਧ ਵਰਗੀਆਂ ਚਿੱਟੀਆਂ ਸੰਗਮਰਮਰ ਦੀਆਂ ਸਿੱਲਾਂ ਉਹਦੇ ਉੱਤੇ ਚੰਨ ਦੀਆਂ ਰਿਸਮਾਂ ਜਿਹੜੀਆਂ ਬੇਪਰਵਾਹ ਹੋ ਕੇ ਸੁੱਤੀਆਂ ਪਈਆਂ। ਬਿਰਸ਼ਾਂ ਬੂਟਿਆਂ ਦੇ ਪਰਛਾਵੇਂ ਨਸ਼ਿਆਂ ਨਾਲ ਗੜੁੰਦੇ, ਘਾਹ ਦੇ ਸੋਹਲ ਸੀਨਿਆਂ ਉੱਤੇ ਸਵਾਦ ਸਵਾਦ ਹੋਊਂਗੇ। ਕਵੀ ਕਹਿ ਰਿਹਾ ਵੀ ਜਿਹੜੇ ਇੱਥੇ ਤਾਜ ਮਹਿਲ ਦੇ ਕੋਲੇ ਬਿਰਸ਼ ਬੂਟੇ ਲੱਗੇ ਹੋਏ ਆ, ਪੇੜ ਪੌਦੇ ਲੱਗੇ ਹੋਏ ਆ, ਉਹਨਾਂ ਦੇ ਪਰਛਾਵੇਂ ਵੀ ਘਾਹ ਦੇ ਸੋਹਲ ਸੀਨਿਆਂ ਦੇ ਉੱਤੇ ਉਂਘ ਰਹੇ ਹਨ, ਸੁੱਤੇ ਪਏ ਹਨ। ਨੈਕਸਟ ਕੀ ਆ ਬੱਚੇ? ਲੱਗ ਟਾਹਣਾ ਗਲ ਵੇਲਾਂ ਸੁੱਤੀਆਂ, ਲੱਗ ਵੇਲਾਂ ਗਲ ਕਲੀਆਂ। ਕਵੀ ਇਹਨਾਂ ਲਾਈਨਾਂ ਰਾਹੀਂ ਕੀ ਕਹਿ ਰਿਹਾ? ਕਹਿੰਦਾ ਟਾਹਣਿਆਂ ਦੇ ਗਲ ਲੱਗ ਕੇ ਵੇਲਾਂ ਸੁੱਤੀਆਂ ਪਈਆਂ ਤੇ ਵੇਲਾਂ ਦੇ ਗਲ ਲੱਗ ਕੇ ਕਲੀਆਂ ਸੁੱਤੀਆਂ ਹੋਈਆਂ, ਔਰ ਕਲੀਆਂ ਦੇ ਗਲ ਗੰਧਾਂ ਸੁੱਤੀਆਂ ਨੀਂਦ ਵਲਾਵੇਂ ਵਲੀਆਂ, ਔਰ ਕਲੀਆਂ ਦੇ ਗਲਾਂ ਦੇ ਨਾਲ ਖੁਸ਼ਬੂਆਂ ਸੁੱਤੀਆਂ ਪਈਆਂ, ਔਰ ਨੀਂਦ ਦੇ ਵਲੇਵੇਂ ਦੇ ਵਿੱਚ ਉਹ ਜਿਹੜੀਆਂ ਹੈਗੀਆਂ ਗਹਿਰੀ ਨੀਂਦ ਵਿੱਚ ਸੋ ਰਹੀਆਂ। ਸ਼ਾਂਤ ਸੁੱਤੇ ਜਮਨਾ ਦੇ ਕੰਢੇ ਹਰੇ ਭਰੇ ਅਤੇ ਸਾਵੇ, ਔਰ ਜਮਨਾ ਨਦੀ ਦੇ ਜਿਹੜੇ ਕਿਨਾਰੇ ਆ ਹਰੇ ਭਰੇ ਅਤੇ ਸਾਵੇ ਕਿਨਾਰੇ ਉਹ ਵੀ ਸ਼ਾਂਤੀ ਦੇ ਨਾਲ ਸੁੱਤੇ ਪਏ ਹਨ। ਨੀਂਦ ਵਿਗੁੱਤੀ ਜਲ ਧਾਰਾ ਨੂੰ ਬੰਨੀ ਵਿੱਚ ਕਲਾਵੇ, ਔਰ ਨੀਂਦ ਦੇ ਵਿੱਚ ਗਵਾਚੀ ਹੋਈ ਜਲ ਧਾਰਾ ਨੂੰ ਜਮਨਾ ਨਦੀ ਨੇ ਆਪਣੇ ਕਿਨਾਰਿਆਂ ਦੇ ਵਿੱਚ ਬੰਨਿਆ ਹੋਇਆ ਹੈ, ਕਲਾਵੇ ਦੇ ਵਿੱਚ ਲਿਆ ਹੋਇਆ। ਸੁੱਤੇ ਪਾਣੀਆਂ ਦੇ ਵਿੱਚ ਸੁੱਤਾ ਤਾਜ ਮਹਿਲ ਦਾ ਸਾਇਆ, ਔਰ ਇਸ ਪਾਣੀ ਦੇ ਸੁੱਤੇ ਹੋਏ ਪਾਣੀਆਂ ਦੇ ਵਿੱਚ ਤਾਜ ਮਹਿਲ ਦਾ ਪਰਛਾਵਾਂ ਵੀ ਉਹ ਬੇਚਿੰਤ ਹੋ ਕੇ ਨਿਸ਼ਚਿਤ ਹੋ ਕੇ ਸੁੱਤਾ ਪਿਆ। ਜਾਣੋ ਜਮਨਾ ਹਰਨ ਵਾਸਤੇ ਬੁੱਕਲ ਵਿੱਚ ਲੁਕਾਇਆ। ਜਿਸ ਤਰ੍ਹਾਂ ਔਰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਜਮਨਾ ਨਦੀ ਨੇ ਇਸ ਨੂੰ ਉਧਾਲਣ ਵਾਸਤੇ ਆਪਣੀ ਬੁੱਕਲ ਦੇ ਵਿੱਚ ਲੁਕੋ ਰੱਖਿਆ ਹੋਵੇ। ਐਪਰ ਦੂਰ ਸਾਗਰਾਂ ਵੰਨੀ ਨਸਣ ਜਦੋਂ ਉਹ ਲੱਗੀ, ਨੀਂਦ ਟੂਣਿਆਂ ਦੇ ਜੰਤਰ ਵਿੱਚ ਟੋਰ ਉਸ ਦੀ ਬੱਜੀ। ਕੀ ਕਹਿ ਰਿਹਾ ਕਵੀ? ਕਿ ਜਦੋਂ ਜਮਨਾ ਨਦੀ ਦੂਰ ਸਾਗਰਾਂ ਵੱਲ ਭੱਜਣ ਲੱਗੀ ਤਾਂ ਉਸ ਦੀ ਟੋਰ ਹੈ ਜਿਵੇਂ ਕਿਸੇ ਨੇ ਉਸ ਨੂੰ ਟੂਣਾ ਕੀਤਾ ਹੋਵੇ, ਨੀਂਦ ਦੇ ਵਿੱਚ ਗਵਾਚੀ ਹੋਈ ਜਾ ਰਹੀ ਸੀ। ਸੁੱਤੇ ਇਸ ਚੌਗਿਰਦੇ ਅੰਦਰ ਮੈਂ ਕੱਲਾ ਇੱਕ ਜਾਗਾ, ਜਗ ਰਹੀਆਂ ਦੋ ਅੱਖਾਂ ਮੇਰੀਆਂ ਚੁੱਪ ਚੁੱਪ ਵਾਂਗ ਚਿਰਾਗਾ। ਕਵੀ ਕਹਿੰਦਾ ਵੀ ਮੈਂ ਇਸ ਪੂਰੇ ਸੁੱਤੇ ਹੋਏ ਚੌਗਿਰਦੇ ਵਿੱਚ ਕੱਲਾ ਹੀ ਜਾਗ ਰਿਹਾ ਤੇ ਮੇਰੀਆਂ ਅੱਖਾਂ ਚਿਰਾਗਾਂ ਦੇ ਵਾਂਗ ਜਗ ਰਹੀਆਂ ਹਨ। ਗੁੰਬਦ ਦਿਆਂ ਉਭਾਰਾਂ ਉੱਤੇ ਮਸਤ ਆਈਆਂ ਅਲਸਾਈਆਂ, ਫਿਰ ਰਹੀਆਂ ਸਨ ਨਜ਼ਰਾਂ ਮੇਰੀਆਂ ਸੋਹਜ ਸਵਾਦ ਤੇ ਰਹਾਈਆਂ। ਔਰ ਤਾਜ ਮਹਿਲ ਦੇ ਗੁੰਬਦ ਦੇ ਉਭਾਰਾਂ ਦੇ ਉੱਤੇ ਮੇਰੀਆਂ ਨਜ਼ਰਾਂ ਮਸਤਾਈਆਂ ਹੋਈਆਂ, ਅਲਸਾਈਆਂ ਹੋਈਆਂ ਵੇਖ ਰਹੀਆਂ ਸਨ ਉਸ ਨੂੰ। ਔਰ ਜਿਸ ਤਰ੍ਹਾਂ ਕੋਈ ਪਿਆਸਾ ਹੈਗਾ ਜਿਹੜਾ ਉਹ ਪਾਣੀ ਵੱਲ ਫਿਰ ਰਿਹਾ ਹੋਵੇ, ਇਸੇ ਤਰ੍ਹਾਂ ਹੀ ਮੇਰੀਆਂ ਨਜ਼ਰਾਂ ਸੀ ਜਿਹੜੀਆਂ ਤਾਜ ਮਹਿਲ ਦੇ ਉੱਤੇ, ਤਾਜ ਮਹਿਲ ਦੀ ਸੁੰਦਰਤਾ ਦੀਆਂ ਪਿਆਸੀਆਂ ਜਿਹੜੀਆਂ ਉਸ 'ਤੇ ਫਿਰ ਰਹੀਆਂ ਸਨ। ਤੱਕ ਤੱਕ ਕਸਬ ਹੁਨਰ ਮੁਗਲਾਂ ਦਾ ਹੈਰਤ ਵੱਧਦੀ ਜਾਵੇ। ਇਹਦੇ ਵਿੱਚ ਕਵੀ ਕਹਿ ਰਿਹਾ ਵੀ ਹੁਨਰ ਜਿਹੜਾ ਮੁਗਲਾਂ ਦੇ ਕਲਾ ਨੂੰ ਵੇਖ ਕੇ ਮੇਰੀ ਹੈਰਾਨੀ ਹੈ ਉਹ ਵੱਧ ਰਹੀ ਸੀ। ਸ਼ਾਹ ਜਹਾਨ ਦੇ ਸੋਹਜ ਸਵਾਦ ਨੂੰ ਲੂਲੂ ਪਿਆਸ ਲਾਵੇ, ਔਰ ਜਿਸ ਨੂੰ ਮੁਗਲ ਬਾਦਸ਼ਾਹ ਸ਼ਹਿਨਸ਼ਾਹ ਸ਼ਾਹਜਹਾਨ ਨੇ ਜੀ ਨੇ ਤਾਜ ਮਹਿਲ ਨੂੰ ਬਣਾਇਆ ਸੀ, ਉਸ ਨੂੰ, ਉਸ ਦੇ ਹੁਨਰ ਨੂੰ, ਉਸ ਦੇ ਸੋਹਜ ਸਵਾਦ ਨੂੰ ਮੇਰਾ ਰੋਮ ਰੋਮ ਸਲਾਹ ਰਿਹਾ ਸੀ, ਉਸ ਦੀ ਪ੍ਰਸ਼ੰਸਾ ਕਰ ਰਿਹਾ ਸੀ। ਇੰਨੇ ਨੂੰ ਗੁੰਬਦ ਦਾ ਆਂਡਾ ਟੋਟੇ ਟੋਟੇ ਹੋਇਆ, ਔਰ ਮੈਂ ਉਸ ਦਾ ਜਿਹੜਾ ਰੁਮਾਨੀ
ਦ੍ਰਿਸ਼ ਦੇਖ ਹੀ ਰਿਹਾ ਸੀ ਕਿ ਇੰਨੇ ਨੂੰ ਤਾਜ ਮਹਿਲ ਦੇ ਗੁੰਬਦ ਦਾ ਆਂਡਾ ਹੇਠਾਂ ਡਿੱਗ ਕੇ ਟੋਟੇ ਟੋਟੇ ਹੋ ਗਿਆ। ਚੀਕਾਂ ਕੂਕਾਂ ਤੇ ਫਰਿਆਦਾਂ ਜਾ ਅੰਬਰ ਨੂੰ ਛੋਹਿਆ। ਹੜ ਮਜ਼ਦੂਰ ਨਿਆਂਦਾ ਵਗਿਆ, ਵਿੱਚ ਮਜ਼ਦੂਰ ਹਜ਼ਾਰਾਂ, ਚੁੱਕੀ ਕਈਆਂ ਦੁਰਮਟ ਤੇਸੇ, ਬੱਜੇ ਵਿੱਚ ਵਗਾਰਾ। ਔਰ ਉਸ ਟੁੱਟੇ ਹੋਏ ਗੁੰਬਦ ਦੇ ਟੋਟਿਆਂ ਵਿੱਚੋਂ ਹਜ਼ਾਰਾਂ ਹੀ ਚੀਕਾਂ ਕੂਕਾਂ ਦੀ ਆਵਾਜ਼ ਆ ਰਹੀ ਹੈ, ਫਰਿਆਦਾਂ ਕਰ ਰਹੇ ਆ ਉਹ। ਔਰ ਇਹਦੇ ਵਿੱਚੋਂ ਮਜ਼ਦੂਰ ਅਤੇ ਮਜ਼ਦੂਰਨੀਆਂ ਦਾ ਹੜ ਆਉਂਦਾ ਦਿਖਾਈ ਦੇ ਰਿਹਾ। ਉਹਨਾਂ ਦੇ ਹੱਥਾਂ ਵਿੱਚ ਕਹੀਆਂ, ਦੁਰਮਟ ਅਤੇ ਤੇਸੇ ਚੁੱਕੇ ਹੋਏ ਆ ਤੇ ਵਗਾਰ ਵਿੱਚ ਵੱਜੇ ਹੋਏ ਜਾ ਰਹੇ ਹਨ। ਦੁੱਧੀਆਂ ਨਾਲ ਪਲਮਦੇ ਬੱਚੇ, ਕੰਮੀ ਰੁੱਝੀਆਂ ਮਾਵਾਂ, ਅੱਖਾਂ ਦੇ ਵਿੱਚ ਛਲਕਣ ਅਥਰੂ, ਹਿੱਕਾਂ ਦੇ ਵਿੱਚ ਆਹਾਂ। ਕੀ ਕਹਿ ਰਿਹਾ ਕਵੀ ਵੀ ਜੋ ਜਿਹੜੀਆਂ ਔਰਤਾਂ ਕੰਮ ਕਰ ਰਹੀਆਂ ਸੀ ਉੱਥੇ ਮਜ਼ਦੂਰਨੀਆਂ, ਉਹਨਾਂ ਦੀਆਂ ਦੁੱਧੀਆਂ ਦੇ ਨਾਲ ਉਹਨਾਂ ਦੇ ਬੱਚੇ ਲੱਗੇ ਹੋਏ ਸੀ, ਦੁੱਧ ਪੀ ਰਹੇ ਸੀ ਤੇ ਉਹਨਾਂ ਦੀਆਂ ਮਾਵਾਂ ਆਪਣੇ ਕੰਮਾਂ ਦੇ ਵਿੱਚ ਰੁੱਝੀਆਂ ਪਈਆਂ ਸੀ। ਉਹਨਾਂ ਦੀਆਂ ਅੱਖਾਂ ਦੇ ਵਿੱਚ ਅੱਥਰੂ ਛਲਕ ਰਹੇ ਸੀ ਔਰ ਉਹਨਾਂ ਦੀਆਂ ਹਿੱਕਾਂ ਸੀ ਉਹ ਹੌਂਕਿਆਂ ਦੇ ਨਾਲ ਭਰੀਆਂ ਹੋਈਆਂ ਸੀ। ਬੋਕਿਆਂ ਵਰਗੇ ਪੇਟ ਉਹਨਾਂ ਦੇ ਤੁੱਕਿਆਂ ਵਰਗੇ ਗਾਟੇ। ਉਹਨਾਂ ਦੇ ਪੇਟ ਸੀ ਜਿਹੜੇ ਉਹ ਚਮੜੇ ਦੇ ਢੋਲ ਵਾਂਗ ਬੋਕਿਆਂ ਵਰਗੇ ਦਿਖਾਈ ਦੇ ਰਹੇ ਸੀ ਤੇ ਗਾਟੇ ਸੀ ਜਿਹੜੇ ਉਹਨਾਂ ਦੀ ਗਰਦਨ ਸੀ ਉਹ ਤੁੱਕਿਆਂ ਵਾਂਗ ਸੁੱਕੀ ਪਈ ਸੀ। ਛਾਲੇ ਛਾਲੇ ਹੱਥ ਉਹਨਾਂ ਦੇ, ਪੈਰ ਵਿਆਈਆਂ ਪਾਟੇ। ਕਵੀ ਕਹਿੰਦਾ ਵੀ ਉਹਨਾਂ ਦੇ ਹੱਥਾਂ ਵਿੱਚ ਮਜ਼ਦੂਰ ਮਜ਼ਦੂਰਨੀਆਂ ਦੇ ਕੰਮ ਕਰਨ ਵਾਲੇ, ਤਾਜ ਮਹਿਲ ਨੂੰ ਬਣਾਉਣ ਵਾਲੇ ਕਾਮਿਆਂ ਦੇ ਹੱਥਾਂ ਵਿੱਚ ਛਾਲੇ ਪਏ ਹੋਏ ਸੀ ਤੇ ਪੈਰ ਉਹਨਾਂ ਦੇ ਵਿਆਈਆਂ ਦੇ ਨਾਲ ਪਾਟੇ ਪਏ ਸਨ। ਫਿਰ ਵੀ ਕੰਮ ਕਰਾਉਣ ਵਾਲੇ ਮਾਰ ਮਾਰ ਕੇ ਛਾਟਾਂ, ਮਾਸੂਮਾਂ ਦੇ ਪਿੰਡਿਆਂ ਉੱਤੇ ਚਾੜੀ ਜਾਣ ਸਲਾਟਾਂ। ਕਵੀ ਕਹਿ ਰਹੇ ਫਿਰ ਵੀ ਜਿਹੜੇ ਤਾਜ ਮਹਿਲ ਨੂੰ ਬਣਵਾਉਣ ਵਾਲੇ ਸੀ ਜਿਹੜੇ ਉਹ ਉਹਨਾਂ ਕਾਮਿਆਂ ਨੂੰ, ਕੰਮ ਵਾਲੇ ਕਾਮਿਆਂ ਨੂੰ ਜਿਹੜੇ ਮਾਰ ਰਹੇ ਸੀ, ਛਾਟਾਂ ਮਾਰ ਮਾਰ ਕੇ ਕੰਮ ਕਰਵਾ ਰਹੇ ਸੀ ਤੇ ਉਹਨਾਂ ਦੇ ਪਿੰਡੇ ਉੱਤੇ, ਮਾਸੂਮਾਂ ਦੇ ਪਿੰਡਿਆਂ ਦੇ ਉੱਤੇ ਸਲਾਟਾਂ ਲਗਾਈ, ਨਿਸ਼ਾਨ ਪਾਈ ਜਾ ਰਹੀ ਸੀ, ਲਾਸਾਂ ਪਾਈ ਜਾ ਰਹੀ ਸੀ, ਉਹਨਾਂ ਨੂੰ ਕੁੱਟਿਆ ਜਾ ਰਿਹਾ ਸੀ ਬੁਰੀ ਤਰ੍ਹਾਂ। ਇੱਦਾਂ ਮਜ਼ਦੂਰਾਂ ਦੀ ਝਾਕੀ ਜਦ ਮੈਨੂੰ ਦਿਸ ਆਈ, ਨਾਲ ਪੀੜ ਦੇ ਕਲਵਲ ਹੋ ਕੇ ਰੂਹ ਮੇਰੀ ਕੁਰਲਾਈ। ਇੱਦਾਂ ਜਦੋਂ ਮਜ਼ਦੂਰਾਂ ਦੀ ਝਾਕੀ ਮੇਰੇ ਸਾਹਮਣੇ ਆਈ, ਮੇਰੀਆਂ ਅੱਖਾਂ ਦੇ ਸਾਹਮਣੇ ਆਈ ਤਾਂ ਮੇਰੀ ਰੂਹ ਕੁਰਲਾ ਉੱਠੀ। ਉਹ ਇੱਦਾਂ ਦੁੱਖ ਭਰੀ ਉਹਨਾਂ ਦੀ ਦਸ਼ਾ ਨੂੰ ਵੇਖ ਕੇ ਜਿਹੜੀ ਮੇਰੀ ਰੂਹ ਸੀ ਉਹ ਦੁਖੀ ਹੋ ਗਈ। ਕੀ ਉਹ ਹੁਸਨ ਹੁਸਨ ਹੈ ਸੱਚਮੁੱਚ ਜਾਂ ਉਂਝੇ ਹੀ ਛਲਦਾ, ਲੱਖ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ ਤੇ ਜੋ ਪਲਦਾ। ਕਵੀ ਇੱਕ ਕੁਐਸਚਨ ਕਰ ਰਿਹਾ ਹੈ, ਇੱਕ ਪ੍ਰਸ਼ਨ ਕਰ ਰਿਹਾ ਕਿ ਜਿਹੜਾ ਤਾਜ ਮਹਿਲ ਦਾ ਹੁਸਨ ਹੈ, ਉਸ ਦੀ ਸੁੰਦਰਤਾ ਹੈ, ਕਿ ਉਹ ਸੱਚਮੁੱਚ ਦੀ ਸੁੰਦਰਤਾ ਜਾਂ ਉਂਝ ਹੀ ਛਲ ਰਹੀ ਹੈ ਲੋਕਾਂ ਨੂੰ, ਜੋ ਉਸ ਨੂੰ ਲੋਕ ਵੇਖਣ ਜਾਂਦੇ, ਵੇਖਣ ਲਈ ਮਜਬੂਰ ਹਨ ਉਸ ਦੀ ਸੁੰਦਰਤਾ ਨੂੰ। ਜਿਹੜਾ ਲੱਖਾਂ ਗਰੀਬਾਂ ਮਜ਼ਦੂਰਾਂ ਦੇ ਹੰਝੂਆਂ 'ਤੇ ਬਣਿਆ ਹੋਇਆ, ਉਹਨਾਂ ਦੇ ਵਿੱਚ ਕਈ ਗਰੀਬ ਮਜ਼ਦੂਰਾਂ ਦੀਆਂ ਜਾਨਾਂ ਗਈਆਂ, ਕੀ ਉਹ ਹੁਸਨ ਸੱਚਮੁੱਚ ਦਾ ਹੁਸਨ ਹੈ। ਥੈਂਕ ਯੂ ਬੇਟਾ।